ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਿਹੜੀ 28 ਅਪ੍ਰੈਲ 2021 ਦਿਨ ਬੁੱਧਵਾਰ ਮੈਂ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਵਾਸੀ ਨੇ ਉਹਨਾਂ ਨਾਲ ਕੋਵਿਡ ਬਾਰੇ ਸਾਰੀ ਸਥਿਤੀ ਜਿਹੜੀ ਹੈਗੀ ਹੈ ਸਪਸ਼ਟ ਤੌਰ 'ਤੇ ਸਾਂਝੀ ਕਰਨ ਲੱਗੇ ਹਾਂ। ਪਹਿਲੀ ਗੱਲ ਤਾਂ ਇਹ ਹੈ, ਅੱਜ ਆਪਾਂ ਇੱਕ ਦੂਜੀ ਵੇਵ ਦੇ ਬਹੁਤ ਹੀ ਵਿਕਟ ਸਥਿਤੀ ਦੇ ਸਮੇਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਆ। ਪੂਰੇ ਦੇਸ਼ ਦੀਆਂ ਭਿਆਨਕ ਤਸਵੀਰਾਂ ਤੁਸੀਂ ਟੀਵੀ 'ਤੇ ਦੇਖ ਰਹੇ ਹੋਵੋਗੇ। ਕੋਈ ਆਮ ਬੰਦੇ ਦਾ ਵੀ ਦਿਲ ਹਿੱਲ ਜਾਂਦਾ। ਪੰਜਾਬ ਦੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਸੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਸੀਂ ਲਗਾਤਾਰ 1 ਸਾਲ ਤੋਂ ਇਸ ਮੋਰਚੇ 'ਤੇ ਡਟੇ ਹੋਏ ਹਾਂ ਔਰ ਇੰਨਾ ਮਿਹਨਤ ਔਰ ਤੁਹਾਡੇ ਸਹਿਯੋਗ ਕਰਕੇ ਹੀ ਅੱਜ ਪੰਜਾਬ ਮਾੜਾ ਮੋਟਾ ਬਚਿਆ ਹੋਇਆ। ਪਰ ਜੇ ਹੁਣ ਵੀ ਆਪਾਂ ਨਹੀਂ ਸੰਭਲਾਂਗੇ ਤਾਂ ਤੁਸੀਂ ਦਿੱਲੀ, ਮੁੰਬਈ, ਨਿਊਯਾਰਕ ਵਗੈਰਾ ਦਾ ਹਾਲ ਦੇਖ ਲਿਆ। ਅੱਜ ਮੈਂ ਬੜੇ ਸੀਰੀਅਸ ਨੋਟ 'ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਬਹੁਤ ਸਾਰੇ ਲੋਕਾਂ ਨੇ ਆ ਦੇਖੋ, 1 2 3 4 ਪੰਨੇ ਤਾਂ ਸਵਾਲਾਂ ਨਾਲ ਭਰ ਗਏ। ਮਤਲਬ ਲੋਕ ਲੋਕਡਾਊਨ ਨੂੰ ਇਸ ਤਰ੍ਹਾਂ ਸਮਝ ਰਹੇ ਵੀ ਐਜ਼ ਇਫ ਕੋਈ ਥਿਓਰੀਟੀਕਲ ਐਕਸਰਸਾਈਜ਼ ਹੁੰਦੀ ਹੈ ਵੀ ਉਸ 'ਤੇ ਪੁੱਛ ਕੇ ਅਸੀਂ ਕਿਵੇਂ ਲੋਕਡਾਊਨ ਤੋਂ ਬਚੀਏ, ਕਿਵੇਂ ਬਾਹਰ ਜਾਈਏ। ਯਾਰ ਇਹ ਗੱਲ ਆਪਦੀ ਜਾਨ ਬਚਾਉਣ ਦਾ ਸਵਾਲ ਹੈਗਾ। ਮਤਲਬ ਜਿਵੇਂ ਕੋਈ ਵਾਰ ਲੱਗੀ ਹੁੰਦੀ ਹੈ, ਬਾਹਰ ਕੋਈ ਨਿਊਕਲੀਅਰ ਬੰਬ ਫਟ ਰਿਹਾ ਹੋਵੇ, ਬੰਦੇ ਦੀ ਜਾਨ ਜਾਣ ਵਾਲੀ ਹੋਵੇ, ਸਾਇਰਨ ਵੱਜਿਆ ਹੋਵੇ, ਬੰਦਾ ਸੋਚਦਾ ਮੈਂ ਬੰਕਰ 'ਚ ਲੁਕਾਂ। ਔਰ ਇਹ ਇੰਨੇ ਸਾਰੇ ਸਵਾਲ ਕਰਕੇ ਬੰਦੇ ਐਸੇ ਕੋਈ ਤਰੀਕੇ ਲੱਭ ਰਹੇ ਆ ਵੀ ਕੋਈ ਐਸਾ ਤਰੀਕਾ ਮਿਲ ਜੇ ਵੀ ਅਸੀਂ ਬਾਹਰ ਚਲੇ ਜਾਈਏ। ਔਰ ਵਾਇਰਸ ਕੀ ਹੈ? ਵਾਇਰਸ ਵੀ ਇੱਕ ਤਰ੍ਹਾਂ ਦੀ ਤੁਹਾਡੀ ਜਾਨ 'ਤੇ ਅਟੈਕ ਹੀ ਹੈ। ਪਰ ਫਿਰ ਵੀ ਪਹਿਲਾਂ ਮੈਂ ਇਸ ਲੋਕਡਾਊਨ ਦੇ ਥਿਓਰੀਟੀਕਲ ਗੱਲਾਂ 'ਤੇ ਜਵਾਬ ਦਊਂਗਾ। ਔਰ ਉਹ ਜਵਾਬ ਇਸ ਕਰਕੇ ਵੀ ਜ਼ਰੂਰੀ ਹੈ, ਕਈ ਬੰਦੇ ਵਿਚਾਰੇ ਰੋਜ਼ ਦਾ ਕਮਾਉਂਦੇ ਆ, ਰੋਜ਼ ਦਾ ਖਾਂਦੇ ਆ, ਉਹਨਾਂ ਦੇ ਲਈ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਸ਼ਨੀ ਐਤਵਾਰ ਨੂੰ ਸਾਰੀਆਂ ਦੁਕਾਨਾਂ, ਸਾਰੇ ਮਲਟੀਪਲੈਕਸ ਵਗੈਰਾ ਸਾਰੇ ਬੰਦ ਰਹਿਣਗੇ। ਸਿਰਫ ਜ਼ਰੂਰੀ ਚੀਜ਼ਾਂ ਨੂੰ ਛੱਡ ਕੇ। ਜ਼ਰੂਰੀ ਚੀਜ਼ਾਂ 'ਚ ਕੀ ਆਉਂਦਾ ਹੈ? ਜ਼ਰੂਰੀ ਚੀਜ਼ਾਂ ਉਹ ਨੇ ਜਿਹੜੀਆਂ ਰੋਜ਼ ਦੀ ਰੋਜ਼ ਹੀ ਬੰਦਾ ਵਰਤਦਾ ਹੈਗਾ। ਜਿਵੇਂ ਸਾਡੇ ਐਂਬੂਲੈਂਸ ਚੱਲਣੇ ਹੈਗੇ ਤਾਂ ਉਹਦੇ ਲਈ ਪੈਟਰੋਲ ਡੀਜ਼ਲ ਚਾਹੀਦਾ, ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। LPG ਜਿਹੜੀ ਗੈਸ ਹੈ, ਬਹੁਤ ਸਾਰੇ ਵਹੀਕਲ ਉਸ 'ਤੇ ਚੱਲਦੇ ਹੈ, ਜਾਂ ਸਾਡੀ ਜਿਹੜੀ CNG ਗੈਸ ਹੈ ਉਸ 'ਤੇ ਚੱਲਦੇ ਆ। ਔਰ LPG ਰਸੋਈ 'ਚ ਵੀ ਵਰਤੀ ਜਾਂਦੀ ਹੈ। LPG ਗੈਸ ਦੇ ਗੋਦਾਮ ਜਾਂ LPG ਦੇ ਜਿਹੜੇ ਸ਼ੋਅਰੂਮ ਨੇ ਉਹ। ਫਿਰ ਉਸ ਤੋਂ ਬਾਅਦ ਦੁੱਧ ਹੀ ਨੇ ਜਿਹੜੇ ਰੋਜ਼ ਦੀ ਰੋਜ਼ ਤਾਜ਼ਾ ਦੁੱਧ ਪਾਉਂਦੇ ਨੇ, ਉਹ ਸਾਡੇ ਕਿਸਾਨਾਂ ਦਾ ਵੀ ਜੁੜਿਆ ਹੋਇਆ ਕੰਮ ਹੈ। ਸੋ ਜਿਹਦੇ ਕੋਲੇ ਮਿਲਕ ਦਾ ਢੋਲ ਹੈਗਾ, ਦੁੱਧ ਦਾ ਢੋਲ ਹੈ, ਉਹੀ ਉਹਦਾ ਪਾਸ ਹੈ। ਜਾਂ ਕੋਈ ਵੇਰਕਾ ਦਾ ਜਾਂ ਹੋਰ ਦੂਜਾ ਤੀਜਾ ਜਿਹੜਾ ਪੈਕ ਕਰਕੇ ਦੁੱਧ ਵੇਚਦੇ ਨੇ, ਜਾਂ ਦੁੱਧ ਨੂੰ ਕਿਸੇ ਟੈਂਕਰ ਟੈਂਪੂ 'ਤੇ ਪਿੱਛੇ ਧਰ ਕੇ ਵੇਚਦੇ ਹੈਗੇ ਨੇ, ਖੁੱਲ੍ਹਾ ਵੇਚਣ ਜਾਂ ਪੈਕਟਾਂ 'ਚ ਵੇਚਣ, ਉਹਨਾਂ ਨੂੰ ਕਿਸੇ ਪਾਸ ਦੀ ਲੋੜ ਨਹੀਂ। ਫਿਰ ਉਸ ਤੋਂ ਬਾਅਦ ਤਾਜ਼ੀ ਸਬਜ਼ੀ ਹੈਗੀ ਹੈ। ਸਬਜ਼ੀ ਮੀਨਸ ਰੇਹੜੀਆਂ ਵਗੈਰਾ ਦੇ ਉੱਪਰ। ਪਰ ਇਹ 2 ਦਿਨ ਮੈਂ ਤੇ CP ਸਾਹਿਬ ਕਰਕੇ ਅਸੀਂ ਜਿਹੜੀ ਮਾਰਕੀਟ ਕਮੇਟੀ ਆ ਉਹਨੂੰ ਕਲੀਅਰ ਕਰ ਦਾਂਗੇ, ਕਿਉਂਕਿ ਇਸ 2 ਦਿਨ ਅਸੀਂ ਮਾਰਕੀਟ ਬੰਦ ਰੱਖਾਂਗੇ। ਆਮ ਦੋਸ਼ ਲੱਗਦੇ ਨੇ ਕਿ ਮੇਨ ਸਬਜ਼ੀ ਮੰਡੀ ਦੇ ਅੰਦਰ ਸਭ ਤੋਂ ਜ਼ਿਆਦਾ ਭੀੜ ਲੱਗਦੀ ਹੈ, ਬਹੁਤ ਸਾਰੇ ਸਾਡੇ ਭਾਈ ਉੱਥੇ ਬਿਮਾਰ ਹੋ ਰਹੇ ਨੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਮਤਲਬ ਰੇਹੜੀ ਦੇ ਉੱਪਰ ਚੱਲ ਕੇ ਚਲਦੀ ਫਿਰਦੀ ਰੇਹੜੀ ਅਲਾਊਡ ਹੋਊਗੀ। ਇਹ ਨਹੀਂ ਵੀ ਇੱਕ ਜਗ੍ਹਾ 100 ਰੇਹੜੀਆਂ ਖੜੀਆਂ ਕਰੀਏ ਆਪਾਂ। ਫਿਰ ਉਸ ਤੋਂ ਬਾਅਦ ਰੋਜ਼ ਦੀ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਜਿਹੜੀਆਂ ਦੁਕਾਨਾਂ ਖੁੱਲ੍ਹਣਗੀਆਂ। 6 ਵਜੇ ਤੋਂ ਬਾਅਦ ਸਵੇਰ ਦੇ 9 ਵਜੇ ਤੱਕ ਅਗਲੇ ਦਿਨ 8 ਵਜੇ ਤੱਕ ਸਵੇਰੇ ਇਹ ਜਿਹੜਾ ਕਰਫਿਊ ਰਹੇਗਾ। ਵੀਕਐਂਡ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਜਿਸ ਦਿਨ ਸ਼ੁੱਕਰਵਾਰ ਹੋਊਗਾ, ਸ਼ੁੱਕਰਵਾਰ ਸ਼ਾਮ ਨੂੰ ਜਿਹੜਾ ਹੈਗਾ ਉਸ ਦਿਨ ਤੋਂ ਲੈ ਕੇ ਔਰ ਸੋਮਵਾਰ ਸਵੇਰੇ 5 ਵਜੇ ਤੱਕ ਜਿਹੜਾ ਹੈਗਾ, ਇਹ ਸ਼ਨੀ ਐਤਵਾਰ ਦਾ ਜਿਹੜਾ ਹੈਗਾ ਇਹ ਵੀਕਐਂਡ ਪੂਰਾ ਕਰਫਿਊ ਰਹੂਗਾ ਆਪਣਾ। ਔਰ ਇਸ ਤੋਂ ਇਲਾਵਾ ਜਿਹੜੇ ਸਾਰੇ ਪ੍ਰਾਈਵੇਟ ਦਫ਼ਤਰ ਹੈਗੇ ਨੇ ਉਹ ਬੰਦ ਰੱਖਣੇ ਆ। ਪ੍ਰਾਈਵੇਟ ਦਫ਼ਤਰ, ਕਿਸੇ ਵੀ ਤਰ੍ਹਾਂ ਦਾ ਪ੍ਰਾਈਵੇਟ ਦਫ਼ਤਰ ਜਿਹੜਾ ਹੈਗਾ, ਸਾਰੀ ਤਰ੍ਹਾਂ ਦੇ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ। ਉਹ ਆਪਦੇ ਘਰੇ ਬੈਠ ਕੇ ਕੰਮ ਚਲਾਉਣਗੇ। ਕਿਰਪਾ ਕਰਕੇ ਇਹਨੂੰ ਸਖਤੀ ਨਾ ਮੰਨੋ। ਇਹ ਤੁਹਾਡੀ ਜਾਨ ਬਚਾਉਣ ਦੇ ਲਈ ਕਰ ਰਹੀ ਹੈ। ਕੋਈ ਸਰਕਾਰ ਚਾਹੁੰਦੀ ਹੈ ਵੀ ਉਹਦੇ ਬੰਦੇ ਆਪਦਾ ਕੰਮ ਨਾ ਕਰਨ, ਟੈਕਸ ਨਾ ਦੇਣ, ਕਮਾਈਆਂ ਨਾ ਕਰਨ। ਇਸ ਤੋਂ ਇਲਾਵਾ ਖੁੱਲ੍ਹਾ ਕੀ ਰਹੂਗਾ? ਜਿਹੜੇ ਕੈਮਿਸਟ ਦੀਆਂ ਦੁਕਾਨਾਂ 'ਤੇ ਕੋਈ ਵੀਕਐਂਡ ਨਹੀਂ, ਕੋਈ ਰਾਤ ਦਾ ਨਹੀਂ, ਕੋਈ ਦਿਨ ਦਾ ਨਹੀਂ। ਕੈਮਿਸਟ ਜਿਹੜੇ ਹੈਗੇ ਆਪਦੀ ਦੁਕਾਨ ਕਦੇ ਵੀ ਖੁੱਲ੍ਹੀ ਰੱਖ ਸਕਦੇ ਨੇ। ਜਿਵੇਂ ਕਿ ਉਸ ਤੋਂ ਇਲਾਵਾ ਜਿਹੜੇ ਟੈਸਟ ਕਰਦੇ ਨੇ, ਲੈਬੋਰਟਰੀਆਂ ਹੈਗੀਆਂ ਨੇ, ਜਿਹੜੇ ਕੋਈ ਸਕੈਨ ਸੈਂਟਰ ਨੇ, ਜਿਹੜੇ ਕੋਈ ਡਾਕਟਰ ਨੇ, ਜਿਹੜੇ ਕੋਈ ਐਂਬੂਲੈਂਸ ਦਾ ਹੈਗਾ, ਜਿਹੜੇ ਕੋਈ ਆਕਸੀਜਨ ਦਾ ਕੰਮ ਕਰਦੇ ਨੇ, ਉਹ ਸਾਰਾ ਖੁੱਲ੍ਹਾ ਰਹਿ ਸਕਦਾ ਕਦੇ ਵੀ। ਇਹਨਾਂ 'ਤੇ ਵੀਕਐਂਡ ਦਾ ਵੀ ਕੋਈ ਅਸਰ ਨਹੀਂ। ਉਸ ਤੋਂ ਇਲਾਵਾ ਮੈਨੂਫੈਕਚਰਿੰਗ ਇੰਡਸਟਰੀ ਹੈ। ਜ਼ਿਆਦਾਤਰ ਅਸੀਂ ਦੇਖਿਆ ਮੈਨੂਫੈਕਚਰਿੰਗ ਇੰਡਸਟਰੀ 'ਚੋਂ ਸਾਡੇ ਕੋਲ ਜ਼ਿਆਦਾ ਕੇਸ ਕੋਈ ਨਹੀਂ ਆਏ, ਕਿਉਂਕਿ ਉਹ ਇੱਕ ਆਪਦੀ ਇਨਵਾਇਰਮੈਂਟ 'ਚ ਬੰਦੇ ਕੰਮ ਕਰਦੇ ਆ। ਬਹੁਤ ਸਾਰੀ ਇੰਡਸਟਰੀਆਂ 'ਚ ਅਸੀਂ ਇੰਜੈਕਸ਼ਨ ਪਹਿਲਾਂ ਵੀ ਲਾਤੇ। ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਹੈ 24/7 ਕੰਮ ਕਰ ਸਕਦੀ ਹੈ। ਇੰਡਸਟਰੀ ਵਾਲੇ ਖੁਦ ਹੀ ਪਾਸ ਦੇ ਸਕਦੇ ਨੇ ਆਪਣੇ ਮੁਲਾਜ਼ਮਾਂ ਨੂੰ ਬਣਾ ਕੇ, ਪੈਡ 'ਤੇ ਲਿਖ ਕੇ ਵੀ ਇਹ ਮੁਲਾਜ਼ਮ ਸਾਡੇ ਕੋਲ ਕੰਮ ਕਰਦਾ, ਪੁਲਿਸ ਉਹਨਾਂ ਨੂੰ ਨਹੀਂ ਰੋਕੂਗੀ। ਇਸੇ ਤਰ੍ਹਾਂ ਹੀ ਜਿਹੜੇ ਕੋਈ
ट्रेनां चल रही ने या एयर ट्रैफिक राही बंदे आ रहे हैं, बसां मेन हाईवे ते चल रही, उन्हां ते भी कोई रोक नहीं हैगी। ਜਿਹੜੀ कोई कंस्ट्रक्शन एक्टिविटी चल रही ने, मतलब ਜਿਹੜੇ कोई घर मकान बन रहे है कंस्ट्रक्शन है, उस पर भी कोई रोक नहीं है। एग्रीकल्चर का काम है, अजकल वाढ़ी का काम बड़े जोरों शोरों ते हैगा, कणक सरों हो रही है, वो सारिया चीज़ों की वाढ़ी हो रही है, विक रही है। किसानों नूं, तोलियां नूं या ਜਿਹੜੇ भी कोई मजदूर काम करते हैं मंडियां 'ਚ, ਉਹਨਾਂ ਨੂੰ ਜਿਹੜਾ कोई नहीं रोकूगा। इस तरह ही ਜਿਹੜਾ कोई मीट मच्छी ਦੀਆਂ ਦੁਕਾਨਾਂ ਨੇ ਜਾਂ ਕੋਈ ਡੰਗਰਾਂ ਦੇ ਜਿਹੜੇ ਕਲੀਨਿਕ ਹੈਗੇ ਨੇ ਜਾਂ ਉਹਨਾਂ ਲਈ ਜਿਹੜੀ ਕੋਈ ਦਵਾਈ ਦੀਆਂ ਦੁਕਾਨਾਂ ਨੇ ਜਾਨਵਰਾਂ ਦੇ ਲਈ ਜਾਂ ਡੰਗਰਾਂ ਦੇ ਲਈ, ਉਹਨਾਂ ਨੂੰ ਕੋਈ ਨਹੀਂ ਰੋਕੂਗਾ। ਈ ਮੂਵਮੈਂਟ ਜਿਹੜੀ ਹੈਗੀ ਹੈ ਉਹਦੇ 'ਤੇ ਵੀ ਇਹ ਰਿਸਟ੍ਰਿਕਸ਼ਨ ਲਾਈ ਨਹੀਂ ਲਾਗੂ ਹੋਣਗੀਆਂ। ਹੋਮ ਡਿਲੀਵਰੀ ਹੈ ਰਾਤ ਦੇ 9 ਵਜੇ ਤੱਕ ਕਰ ਸਕਦੇ ਨੇ, ਜਿਵੇਂ ਕਿ ਆਪਣਾ ਕੋਈ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਆਨਲਾਈਨ ਸਮਾਨ ਵੇਚਦੀਆਂ ਹੈਗੀਆਂ ਨੇ, ਜਾਂ ਫਿਰ ਵੈਕਸੀਨੇਸ਼ਨ ਦੇ ਜਿਹੜੇ ਕੈਂਪ ਲੱਗਣੇ ਉਹਨਾਂ ਲਈ ਜਾਂ ਟੈਸਟ ਕਰਨ ਲਈ ਜਿਹੜੇ ਡਾਕਟਰਾਂ ਨੇ ਜਾਣਾ ਉਹਨਾਂ ਲਈ ਕੋਈ ਰੋਕ ਨਹੀਂ ਹੋਊਗੀ, ਕਿਉਂਕਿ ਇਹ ਚੀਜ਼ਾਂ ਜ਼ਰੂਰੀ ਨੇ। ਅੱਜ ਦੇ ਸਵਾਲ ਮੈਂ ਫਟਾਫਟ ਲੈਣਾ। ਕਹਿੰਦੇ ਜੀ ਕਰਿਆਨਾ ਸ਼ਾਪਸ 9 ਵਜੇ ਤੱਕ ਖੁੱਲ੍ਹਣੀਆਂ ਚਾਹੀਦੀਆਂ। ਖੋਲ੍ਹਣ ਨੂੰ ਤਾਂ ਭਰਾਵਾ 24 ਘੰਟੇ ਭਾਵੇਂ ਆਪਾਂ ਖੋਲ੍ਹੀਏ, ਸਰਕਾਰ ਨੇ ਰਿਸਟ੍ਰਿਕਟ ਕੀਤਾ ਤਾਂ ਕਿ ਜੋ ਤੁਸੀਂ ਸਮਾਨ ਸਲੀਤਾ ਖਰੀਦਣਾ ਉਹ ਆਪਣਾ 5 ਵਜੇ ਤੋਂ ਪਹਿਲਾਂ ਖਰੀਦ ਲਓ। ਫਿਰ ਉਸ ਤੋਂ ਬਾਅਦ ਕੋਈ ਕਹਿੰਦਾ ਹੈਗਾ ਜੀ ਇੰਡਸਟਰੀ ਦਾ ਮੈਂ ਜਵਾਬ ਦੇ ਹੀ ਦਿੱਤਾ, ਕਮਿਸ ਸ਼ਾਪਸ ਦਾ ਵੀ ਮੈਂ ਦੱਸਤਾ। ਫਿਰ ਉਸ ਤੋਂ ਬਾਅਦ ਸਕੂਲ ਟੀਚਰਸ ਨੂੰ ਬੁਲਾਉਣ ਦਾ ਲੌਜਿਕ ਇਹ ਹੈ, ਕੋਵਿਡ ਦੇ ਵਿੱਚ ਬਹੁਤ ਸਾਰੀਆਂ ਡਿਊਟੀਆਂ ਲੱਗ ਰਹੀਆਂ ਨੇ, ਜਿਹੜੇ ਕੋਵਿਡ ਪੇਸ਼ੈਂਟ ਬਿਮਾਰ ਨੇ ਹੋ ਰਿਹਾ ਉਹਨਾਂ ਦੀ ਟਰੈਕਿੰਗ ਦਾ, ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦਾ, ਤਾਂ ਕਰਕੇ ਸਕੂਲ ਟੀਚਰਸ ਨੂੰ ਬੁਲਾਇਆ ਜਾਂਦਾ। ਉਸ ਤੋਂ ਅੱਗੇ ਖਾਲਸਾ ਸਾਹਿਬ ਕਹਿੰਦੇ ਹੈ ਕਿ 5 ਵਜੇ ਤੋਂ ਬਾਅਦ ਹੋਮ ਡਿਲੀਵਰੀ ਕਰਾਉਣਾ ਕਰ ਸਕਦਾ। ਯਾਰ ਇਹਨਾਂ ਗੱਲਾਂ ਦਾ ਕੋਈ ਅੰਤ ਹੈਗਾ? ਮਤਲਬ ਇੱਕ ਹਫ਼ਤੇ 'ਚੋਂ ਇਹ ਕੋਈ ਪੱਕਾ ਕਰਫਿਊ ਥੋੜ੍ਹੀ ਲੱਗਿਆ ਹੈਗਾ। ਤੁਸੀਂ ਆਪਦੀ ਜਾਨ ਹਥੇਲੀ 'ਤੇ ਧਰ ਕੇ ਮਤਲਬ ਪੈਸਾ ਕਰਨਾ ਵੀ ਕੀ ਹੈ ਯਾਰ। ਆਪਾਂ ਜੇ ਬੰਦਾ ਹੀ ਨਾ ਜਿਉਂਦਾ ਰਿਹਾ, ਉਹਨਾਂ ਪਰਿਵਾਰਾਂ ਨੂੰ ਪੁੱਛੋ ਰੋਜ਼ ਦੀ ਰੋਜ਼ ਜਿਨ੍ਹਾਂ ਦੇ ਸਿਵੇ ਜਗ ਰਹੇ ਆ। ਤੁਸੀਂ 9 ਤੋਂ 5 ਤੱਕ ਵੀ ਸਾਰਾ ਸਮਾਨ ਵੇਚ ਸਕਦੇ ਹੋ। ਜੇ ਕਿਸੇ ਨੇ ਦਾਲ ਖਰੀਦਣੀ ਹੈ, ਲਸਣ ਖਰੀਦਣਾ, ਕਿਸੇ ਨੇ ਕੋਈ ਤੇਲ ਖਰੀਦਣਾ, ਉਹ ਖਰੀਦ ਸਕਦਾ ਹੈਗਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਮੈਨੂੰ ਹੈਰਾਨ ਹੀ ਹੁੰਦਾ। ਫਿਰ ਉਸ ਤੋਂ ਬਾਅਦ ਅਰੋੜਾ ਸਾਹਿਬ ਕੋਈ ਕਹਿੰਦੇ ਨੇ ਡੁਗਰੀ ਫੇਜ਼ 1 ਤੇ 2, ਇਹ ਜਿਹੜਾ ਮਿਨੀਮਮ ਲੋਕਡਾਊਨ ਲੱਗਦਾ ਹੈ ਜੀ, ਜਿੱਥੇ ਵੀ ਕੋਈ ਕੰਟੇਨਮੈਂਟ ਜ਼ੋਨ ਹੁੰਦਾ 14 ਦਿਨਾਂ ਦਾ ਹੁੰਦਾ। ਮੈਨੂੰ ਲੱਗਦਾ ਲਗਭਗ 10 ਦਿਨ ਹੋ ਗਏ, 5-6 ਦਿਨ ਹੋਰ ਅਜੇ ਚੱਲੂਗਾ ਇਹ। ਹੋਲਸੇਲ ਮੈਡੀਕਲ ਸ਼ਾਪਸ ਜਿਹੜੀਆਂ ਹੋਲਸੇਲ ਜਾਂ ਮੈਡੀਕਲ ਦੀਆਂ ਕੋਈ ਵੀ ਸ਼ਾਪਸ ਨੇ ਉਹ ਖੁੱਲ੍ਹ ਸਕਦੀਆਂ ਨੇ, ਉਹਨਾਂ 'ਤੇ ਮੈਨੂੰ ਕੋਈ ਪ੍ਰੋਬਲਮ ਨਹੀਂ। ਜੇ ਮੈਡੀਕਲ ਸ਼ਾਪਸ ਨਹੀਂ ਹੋਣਗੀਆਂ ਫਿਰ ਇਲਾਜ ਕਿਵੇਂ ਹੋਊਗਾ? ਸੁਖਜਿੰਦਰ ਸਿੰਘ ਸ਼ਿੰਦਾ ਕਹਿੰਦੇ ਆ ਵੀ ਕੋਈ ਟੋਟਲ ਲੋਕਡਾਊਨ ਦੇ ਚਾਂਸ ਹੈਗੇ ਆ। ਭਾਈ ਸਾਹਿਬ ਗੱਲ ਇਹ ਹੈ, ਮਹਾਰਾਸ਼ਟਰ 'ਚ ਤੁਸੀਂ ਦੇਖ ਲਓ 15 ਦਿਨਾਂ ਨਾਲ ਲਾਇਆ, ਅੱਜ 15 ਦਿਨਾਂ ਦਾ ਹੋਰ ਵਧਾਤਾ। ਜੇ ਸਾਡੇ ਮਾੜੇ ਭਾਗ ਹੋਏ, ਸਾਡੇ ਲੋਕਾਂ ਨੇ ਸਮਝੇ ਹੀ ਨਾ, ਔਰ ਇਹ ਬਿਮਾਰੀ ਰੋਜ਼ ਦੀ ਰੋਜ਼ ਅੱਗੇ ਆਪਣੇ ਆਉਂਦੇ ਸੀ 30 ਮਰੀਜ਼, 100 ਹੋਏ, 150 ਹੋਏ, ਲੋਕ ਫੇਰ ਨਾ ਮੰਨੇ, 500 ਹੋਏ, 800 ਹੋਏ, ਹੁਣ 1400 ਮਰੀਜ਼ ਰੋਜ਼ ਆ ਰਹੇ ਆ। ਅੱਜ ਦੀ ਘੜੀ ਸਾਡੇ ਹਸਪਤਾਲਾਂ 'ਚ 1400 ਮਰੀਜ਼ ਪਿਆ ਹੈਗਾ। ਸੋ ਅਗਰ ਐਸੀ ਸਥਿਤੀ ਆ ਗਈ ਵੀ ਸਾਡੇ ਹਸਪਤਾਲਾਂ ਦੇ ਬੈੱਡ ਹੀ ਮੁੱਕ ਗਏ, ਜਿੰਨੇ ਡਾਕਟਰ ਹੈਗੇ ਉਹਨਾਂ ਇਲਾਜ ਕਰਨ ਵਾਲੇ ਮੁੱਕ ਗਏ, ਤਾਂ ਫਿਰ ਹੋ ਸਕਦਾ ਸੋਚਣਾ ਹੀ ਪੈ ਜੇ ਤਾਂ ਆਪਾਂ ਸਿਆਣੇ ਬਣੀਏ, ਉਹ ਨੌਬਤ ਨਾ ਆਣ ਦੇਈਏ। 9 ਵਜੇ ਤੱਕ ਹੋਮ ਡਿਲੀਵਰੀ ਕੀ ਹੋ ਸਕਦੀ ਹੈ? ਹੋਮ ਡਿਲੀਵਰੀ ਭਰਾਵਾ ਜਿਹੜੀ ਐਮਾਜ਼ੋਨ ਹੈਗੀ ਹੈ ਜਾਂ ਸਵਿਗੀ ਹੈ ਜਾਂ ਕੋਈ ਜ਼ੋਮੈਟੋ ਹੈ, ਇਹ ਕਰ ਸਕਦੀਆਂ। ਪਰ ਜਿਹੜੇ ਕੋਈ ਰੈਸਟੋਰੈਂਟ ਵਗੈਰਾ ਇਹਨਾਂ ਨੂੰ ਸਮਾਨ ਦਿੰਦੇ ਆ ਉਹ ਨਹੀਂ ਖੁੱਲ੍ਹ ਸਕਦੇ। ਉਹਨਾਂ ਦੀ ਬੈਕ ਐਂਡ ਕਿਚਨ ਇਸ ਤਰੀਕੇ ਨਾਲ, ਜਾਂ ਜਿੱਥੇ ਇਹਨਾਂ ਦਾ ਕੋਈ ਕਿਚਨਸ ਬਣੀਆਂ ਹੋਈਆਂ ਨੇ ਉਹਨੂੰ ਬੰਦ ਕਰਕੇ, ਔਰ ਇਸ ਤਰੀਕੇ ਨਾਲ ਕਿ ਓਪਨ ਸੇਲ ਨਹੀਂ ਹੋਊਗੀ, ਓਪਨ ਦੁਕਾਨਾਂ ਖੋਲ੍ਹ ਕੇ ਨਹੀਂ ਬੈਠਣਗੇ। ਉਸ ਤੋਂ ਅੱਗੇ ਇਹ ਕਹਿੰਦੇ ਹੈ ਰਿਕੁਆਇਰਡ ਇੰਡਸਟਰੀ ਵਗੈਰਾ ਦਾ ਸੈਟਰਡੇ ਸੰਡੇ 24/7 ਅਲਾਊਡ ਹੈ। ਇੰਡਸਟਰੀ ਵਾਲੇ ਆਪ ਆਪਦੇ ਕਾਰਡ ਬਣਾ ਕੇ ਸਟਾਫ ਨੂੰ ਦੇ ਸਕਦੇ ਆ। ਇੱਕ ਬਲਪ੍ਰੀਤ ਸਿੰਘ ਜੀ ਕਹਿੰਦੇ ਆ ਆਕਸੀਜਨ ਸਿਲੰਡਰ ਐਟ ਹੋਮ ਅਸੀਂ ਕਿਵੇਂ ਮੰਗਾ ਸਕਦੇ ਹਾਂ? ਦਿਸ ਇਜ਼ ਕ੍ਰਿਮੀਨਲ ਯਾਰ। ਘਰਾਂ ਦੇ ਵਿੱਚ ਲੋਕਾਂ ਨੇ ਸਿਰਫ ਉਹਨਾਂ ਕੋਲ ਪੈਸਾ ਹੈ ਤਾਂ ਸਿਲੰਡਰ ਰੱਖ ਰਹੇ ਆ ਖਰੀਦ ਕੇ। ਯਾਰ ਚੰਗੀ ਗੱਲ ਸੋਚੀ ਦੀ ਹੁੰਦੀ ਹੈ, ਮਾੜੀ ਸੋਚਾਂਗੇ ਮਾੜੀ ਹੋਊਗੀ। ਜਦੋਂ ਆਕਸੀਜਨ ਦੀ ਨੌਬਤ 'ਤੇ ਬੰਦਾ ਆਊਗਾ ਉਹਦੇ ਲਈ ਅਸੀਂ ਹਸਪਤਾਲ ਦੇ ਇੰਤਜ਼ਾਮ ਕੀਤੇ ਹੈ। ਜੇ ਕੋਈ ਬੰਦਾ 5 ਸਿਲੰਡਰ ਵੀ ਘਰੇ ਰੱਖ ਲੈਂਦਾ, 500 ਮਰੀਜ਼ਾਂ ਦਾ ਨੁਕਸਾਨ ਕਰਦਾ, ਤੁਸੀਂ ਪੁੱਛੋਗੇ ਕਿਵੇਂ? 10 ਦਿਨਾਂ ਦੇ ਵਿੱਚ ਇਹ 5 ਸਿਲੰਡਰਾਂ ਨਹੀਂ 100 ਵਾਰੀ ਘੁੰਮ ਕੇ 500 ਮਰੀਜ਼ਾਂ ਨੂੰ ਆਕਸੀਜਨ ਲੱਗਣੀ ਹੈ। ਜਦੋਂ ਤੁਸੀਂ ਘਰੇ ਆਕਸੀਜਨ ਰੱਖ ਲੈਂਦੇ ਹੋ, ਉਹ 500 ਬੰਦਿਆਂ ਨੂੰ ਉਹ ਸਿਲੰਡਰ ਨਹੀਂ ਮਿਲਦਾ। ਇਟਸ ਕ੍ਰਿਮੀਨਲ। ਔਰ ਲਾਅ ਦੇ ਮੁਤਾਬਕ ਇਹਨੂੰ ਬੰਦ ਕੀਤਾ ਹੋਇਆ ਘਰਾਂ 'ਚ ਸਿਲੰਡਰ ਰੱਖਣੇ। ਜਿਹੜੇ ਬੰਦਿਆਂ ਰੱਖੇ ਗਲਤ ਕੀਤਾ। ਔਰ ਇਹ ਇਨਫਲੇਮੇਬਲ ਹੈ। ਜੇ ਘਰੇ ਅੱਗ ਲੱਗ ਜੇ, ਇਹ ਅੱਗ 'ਚ ਘਿਓ ਦਾ ਕੰਮ ਪਾਉਂਦਾ। ਔਰ ਇੱਕ ਹੋਰ ਮੈਂ ਦੱਸਦਾ, ਭੁਲੇਖਾ ਕੱਢਦਾ, ਜਦੋਂ ਆਕਸੀਜਨ ਦਾ ਸਿਲੰਡਰ ਤੁਸੀਂ ਘਰੇ ਰੱਖਦੇ ਹੈਗੇ, ਹੌਲੀ ਹੌਲੀ ਉਹਦਾ ਪ੍ਰੈਸ਼ਰ ਘਟ ਜਾਂਦਾ। ਹਫ਼ਤੇ ਬਾਅਦ ਇਹ ਜ਼ੀਰੋ ਹੈ, ਫੁੱਸ ਹੈ, ਜਿਵੇਂ ਬੰਬ ਪੁਰਾਣੇ ਫੁੱਸ ਹੋ ਜਾਂਦੇ ਹੈ। ਇਹ ਇਸ ਤਰ੍ਹਾਂ ਦੇ ਸਿਲੰਡਰ ਲੱਗ ਕੇ ਲੋਕਾਂ ਦਾ ਨੁਕਸਾਨ ਨਾ ਕਰੋ, ਇਹਦਾ ਕੋਈ ਫਾਇਦਾ ਨਹੀਂ ਹੈਗਾ।
ਔਰ ਇਹ ਸਰਕੂਲੇਸ਼ਨ ਸਾਡੀ ਘਟਦੀ ਹੈ। ਜਿਨ੍ਹਾਂ ਕੋਲ ਵੀ ਸਿਲੰਡਰ ਰੱਖੇ ਉਹਨਾਂ ਨੂੰ ਬੇਨਤੀ ਹੈ ਕਿ ਬੋਟਲਿੰਗ ਪਲਾਂਟ ਨੂੰ ਇਹਨੂੰ ਸਰੈਂਡਰ ਕਰੋ। ਫਿਰ ਇਹ ਕਹਿੰਦੇ ਰੈਮਡੈਸੀਵੀਰ ਦਾ ਜਿਹੜਾ ਤੁਸੀਂ ਜੀ DPRO ਪੇਜ ਤੇ ਪਾਉਂਦੇ ਹੋ, ਹਸਪਤਾਲ ਵਾਲੇ ਕਹਿੰਦੇ ਆ ਸਾਡੇ ਸਟਾਕ ਲਈ ਹੈ। ਬਿਲਕੁਲ ਠੀਕ ਹੈ, ਇਹ ਆਮ ਬੰਦਿਆਂ ਦੇ ਲਾਉਣ ਵਾਲੇ ਇੰਜੈਕਸ਼ਨ ਨਹੀਂ ਹੈਗੇ। ਹਸਪਤਾਲ ਦੇ ਡਾਕਟਰ ਨੇ ਦੇਖਣਾ ਕਿ ਕਿਹੜੇ ਬੰਦੇ ਨੂੰ ਕਦੋਂ ਇੰਜੈਕਸ਼ਨ ਦੀ ਲੋੜ ਹੈ। ਦੂਜੀ ਗੱਲ, ਇਹ ਗੱਲ ਠੀਕ ਹੈ ਕਿ ਰੈਮਡੈਸੀਵੀਰ ਖੁੱਲੀ ਸਪਲਾਈ ਨਹੀਂ ਹੈਗੀ, ਲਿਮਿਟਡ ਹੈ, ਤਾਂ ਹੀ ਕਰਕੇ ਇਸ 'ਤੇ ਕੰਟਰੋਲ ਹੈ। ਅੱਜ ਇੱਕ ਜ਼ਿਲ੍ਹਾ ਲੈਵਲ ਦੀ ਕਮੇਟੀ ਬਣਾਤੀ, ਸਾਰੇ ਹਸਪਤਾਲਾਂ ਨੂੰ, ਸਾਰੀਆਂ ਕੈਮਿਸਟ ਸ਼ਾਪਸ ਨੂੰ ਇਹ ਵੰਡ ਕੇ ਦਿੰਦੇ ਆ। ਜਿੱਦਣ ਦੇ ਅਸੀਂ ਆਨਲਾਈਨ ਪਾਇਆ ਇੰਨਾ ਕੁ ਪ੍ਰੈਸ਼ਰ ਹੈ ਕਿ ਉਹ ਬਿਲਕੁਲ ਮਨਾ ਨਹੀਂ ਕਰ ਸਕਦੇ। ਅਗਰ ਤੁਹਾਡੇ ਹਸਪੀਟਲ ਨੂੰ ਇਹ ਨਹੀਂ ਮਿਲ ਰਿਹਾ ਹੈਗਾ ਤਾਂ ZLA ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਤੁਸੀਂ WhatsApp ਕਰੋ ਜਾਂ ਫੋਨ ਕਰੋ, ਜਿਹੜੀ ਥਾਂ ਇਹ ਵੱਧ ਹੈਗੇ ਉੱਥੋਂ ਤੁਹਾਨੂੰ ਅਰੇਂਜ ਕਰਨਗੇ। ਪਰ ਲੋਕਾਂ ਨੇ ਤਾਂ ਇਹ ਕੰਮ ਬਣਾ ਲਿਆ ਵੀ ਆਕਸੀਜਨ ਵੀ ਘਰੇ ਰੱਖ ਲਓ। ਜਿਨ੍ਹਾਂ ਕੋਲ ਪੈਸੇ ਹੈਗੇ ਆ ਉਹ ਸਮਝਦੇ ਵੀ ਹੋਰਾਂ ਦੀ ਜਾਨ ਨਹੀਂ, ਵੀ ਰੈਮਡੈਸੀਵੀਰ ਵੀ ਖਰੀਦ ਕੇ ਰੱਖ ਲਓ। ਰੱਬ ਦੇ ਵਾਸਤੇ ਯਾਰ ਇਦਾਂ ਦੇ ਕੰਮ ਨਾ ਕਰੋ। ਜਿਨ੍ਹਾਂ ਨੂੰ ਲੋੜ ਹੈ ਉਹ ZLA ਨੂੰ ਅਪਰੋਚ ਕਰਨ। ਮੈਂ ਇਹ ਨਹੀਂ ਗਰੰਟੀ ਕਰਦਾ ਵੀ ਜਿਹੜਾ ਬੰਦਾ ਮੰਗੂਗਾ ਇੱਕਦਮ ਹੀ ਮਿਲ ਜੂਗਾ, ਪਰ ਸਾਡਾ ਪ੍ਰਾਈਵੇਟ ਹਸਪਤਾਲਾਂ ਦਾ ਇੱਕ ਗਰੁੱਪ ਬਣਿਆ, ਉਹ 'ਚ ਜ਼ੋਨਲ ਲਾਇਸੈਂਸਿੰਗ ਅਥਾਰਟੀ ਵੀ ਹੈ। ਜਿਹੜੇ ਹਸਪਤਾਲ ਕੋਲ ਨਹੀਂ ਹੁੰਦਾ ਔਰ ਮਰੀਜ਼ ਨੂੰ ਬਹੁਤ ਜ਼ਰੂਰੀ ਹੁੰਦਾ, ਅਸੀਂ ਇੱਕ ਦੂਜੇ ਤੋਂ ਦਵਾਉਂਦੇ ਹਾਂ ਉਹਨੂੰ। ਇੱਕ ਹੋਰ ਕੋਈ ਕਹਿ ਰਿਹਾ ਵੀ ਤਹਿਸੀਲ ਟਾਈਮਿੰਗਸ 2 ਵਜੇ ਤੱਕ ਕਰ ਦਿਓ। ਚਲੋ ਠੀਕ ਹੈ ਜੀ, ਇਹ ਸਰਕਾਰ ਕਰ ਹੀ ਰਹੀ ਹੈ, ਜੋ ਕੁਝ ਘਟਾ ਸਕਦੀ ਹੈਗੀ ਹੈ, ਪਰ ਲੋਕ ਵੀ ਆਪਣਾ ਕਿਰਪਾ ਕਰਕੇ 5 ਵਜੇ ਤੱਕ ਮੰਨਣ। ਹਿਤੇਸ਼ ਜੈਨ ਜੀ ਕਹਿੰਦੇ ਆ ਵਾਟ ਐਕਟੀਵਿਟੀਜ਼ ਆਰ ਅਲਾਊਡ ਔਨ ਵੀਕਐਂਡ, ਮੂਵਮੈਂਟ ਬੈਂਡ ਔਨ ਸੈਟਰਡੇ ਸੰਡੇ। ਜੈਨ ਸਾਹਿਬ ਮੈਂ ਕਿੰਨੇ ਲੋਕਾਂ ਨੂੰ ਕਹਿਤਾ ਯਾਰ, ਜੇ ਅੱਗ ਲੱਗ ਜੇ ਜੰਗਲ 'ਚ ਤਾਂ ਪੰਛੀ ਵੀ ਕਿਤੇ ਲੁੱਕ ਕੇ ਬਹਿ ਜਾਂਦੇ ਆ। ਜਿਹੜੇ ਕੋਈ ਚੂਹੇ ਚਾਹੇ ਵੀ ਹੈਗੇ ਉਹ ਵੀ ਖੁੱਡਾਂ 'ਚ ਵੜ ਕੇ ਆਪਦੀ ਜਾਨ ਬਚਾ ਲੈਂਦੇ ਆ। ਜੇ ਕੋਈ ਅਟੈਕ ਹੋ ਜੇ ਕਿਸੇ ਦੇਸ਼ 'ਤੇ, ਸਾਇਰਨ ਵੱਜੇ, ਲੋਕ ਬੰਕਰਾਂ 'ਚ ਬਹਿ ਜਾਂਦੇ ਆ। ਤੁਸੀਂ ਲੱਕੀ ਹੋ ਯਾਰ, ਮੇਰੇ ਵਰਗਿਆਂ ਨੂੰ ਕੰਮ ਕਰਨਾ ਪੈ ਰਿਹਾ, ਡਾਕਟਰਾਂ ਨੂੰ ਕੰਮ ਕਰਨਾ ਪੈ ਰਿਹਾ, ਪੱਤਰਕਾਰਾਂ ਨੂੰ ਕੰਮ ਕਰਨਾ ਪੈ ਰਿਹਾ, ਦੋਧੀਆਂ ਨੂੰ ਕੰਮ ਕਰਨਾ ਪੈ ਰਿਹਾ, ਦੁਨੀਆ ਨੂੰ ਬਾਹਰ ਕੰਮ ਕਰਨਾ ਪੈ ਰਿਹਾ। ਜਿਹੜਾ ਬੰਦਾ ਘਰੇ ਬੈਠ ਸਕਦਾ ਬਹਿ ਜਾਓ। ਹਾਲਾਤ ਬਹੁਤ ਖਤਰਨਾਕ ਨੇ। ਅਖੀਰਲੇ 2 ਮਿੰਟ ਮੈਂ ਤੁਹਾਨੂੰ ਸ਼ੇਅਰ ਕਰੂੰਗਾ, ਕੋਈ ਲੁਕੋ ਕੇ ਨਹੀਂ ਰੱਖਣੀ ਮੈਂ ਤੁਹਾਡੇ ਨਾਲ ਗੱਲ। ਵਰਕ ਫਰੋਮ ਹੋਮ, ਸਾਰਿਆਂ ਨੇ ਵਰਕ ਫਰੋਮ ਹੋਮ ਕਰਨਾ। ਪ੍ਰਾਈਵੇਟ ਆਫਿਸ, ਕੋਈ ਆਫਿਸ ਖੋਲ੍ਹਣੇ ਨਹੀਂ, ਉਹਦਾ ਲੌਜਿਕ ਮੈਂ ਅਖੀਰ 'ਚ ਤੁਹਾਨੂੰ ਦੱਸੂੰਗਾ। ਲਖਵੀਰ ਸਿੰਘ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਭਾਈ ਸਾਹਿਬ ਜਿੰਨਾ ਤੁਸੀਂ ਇਹ ਖੋਲੋਗੇ, ਜਿੰਨੇ ਬੱਚੇ ਇਕੱਠੇ ਬੈਠਣਗੇ ਬਿਮਾਰੀ ਫੈਲੂਗੀ। ਕਿਰਪਾ ਕਰਕੇ ਇਦਾਂ ਦੇ ਸਵਾਲ ਪੁੱਛ ਕੇ ਔਰ ਆਪਦੇ ਮਨ 'ਚ ਲਿਆ ਕੇ, ਤੁਹਾਡੀ ਜਾਨ ਤੁਹਾਡੇ ਬੱਚਿਆਂ ਨੂੰ ਉਨੀ ਪਿਆਰੀ ਹੈ, ਬਚੋ। ਅਗਲੇ 15 ਦਿਨ ਬਚੋ ਔਰ ਰੱਬ ਦਾ ਕਹਿਰ ਹੈ ਜਿਹੜਾ ਆਪਣੇ 'ਤੇ ਆਇਆ, ਇਸ ਤੋਂ ਬਚੋ। ਸੌਰਵ ਕੁਮਾਰ ਕਹਿੰਦੇ ਆ ਵਾਟ ਕਾਈਂਡ ਆਫ ਸ਼ਾਪਸ ਵਿਲ ਬੀ ਅਲਾਊਡ ਟੂ ਵੀਕਐਂਡ ਦੀਆਂ ਜ਼ਰੂਰੀ ਸ਼ਾਪਸ ਮੈਂ ਦੱਸ ਹੀ ਦਿੱਤੀਆਂ ਭਾਈ ਤੁਹਾਨੂੰ। ਅੱਛਾ, ਉਸ ਤੋਂ ਅੱਗੇ ਬਲਪ੍ਰੀਤ ਕਹਿੰਦੇ ਆ ਵਾਟ ਕਾਈਂਡ ਆਫ ਇੰਡਸਟਰੀ ਦਾ ਦੱਸ ਹੀ ਦਿੱਤਾ ਯਾਰ। ਸਟਾਫ ਆਫ ਡਿੰਪੀ ਸਿੰਘ ਕਹਿੰਦੇ ਆ ਮਿਲਕ ਸ਼ਾਪਸ। ਦੇਖੋ, ਮਿਲਕ ਦੀ ਜਿਹੜੀ ਆਈਡੀਅਲ ਡਿਸਟ੍ਰੀਬਿਊਸ਼ਨ ਆ ਉਹ ਹੋਮ ਟੂ ਹੋਮ ਹੋਣੀ ਚਾਹੀਦੀ ਹੈ। ਪਰ ਜੇ ਕਿਸੇ ਨੇ ਵੇਰਕੇ ਦਾ ਕੋਈ ਕਿਸੇ ਕੋਲ ਬੂਥ ਹੈਗਾ, ਉੱਥੋਂ ਉਹਨੇ ਘੰਟਾ 2 ਘੰਟਾ ਸਪਲਾਈ ਕਰਕੇ ਆਪਦੀਆਂ ਰੇਹੜੀਆਂ ਤੋੜਨੀਆਂ, ਉਹ ਠੀਕ ਹੈ। ਪਰ ਕਈ ਲੋਕ ਪਨੀਰ ਦਾ ਪੂਰਾ ਦਿਨ ਲੱਗਿਆ, ਲਾਈਨਾਂ ਲੱਗੀਆਂ ਪਈਆਂ, ਇਹੋ ਜਿਹਾ ਕੁਝ ਨਹੀਂ ਅਸੀਂ ਅਲਾਓ ਕਰਨਾ। ਲੋਕਾਂ ਦੀ ਜਾਨ ਜ਼ਿਆਦਾ ਜ਼ਰੂਰੀ ਹੈਗੀ ਹੈ। ਹਿਤੇਨ ਜੈਨ ਕਹਿੰਦੇ ਹੈ 104 ਹੈਲਪਲਾਈਨ ਤੇ ਮੈਨੂੰ ਹੈਲਥ ਕਿੱਟ ਨਹੀਂ ਮਿਲੀ। ਜੈਨ ਸਾਹਿਬ ਤੁਹਾਡਾ ਮੇਰੇ ਕੋਲ ਨੰਬਰ ਨਹੀਂ, ਮੈਂ DPRO ਸਾਹਿਬ ਨੂੰ ਪੁੱਛ ਲੈਣਾ। ਵੈਸੇ ਤਾਂ ਸਾਡੀ ਜਿਹੜੀ ਹੋਮ ਆਈਸੋਲੇਸ਼ਨ ਟੀਮ ਹੈ ਹਰੇਕ ਨੂੰ ਪਹੁੰਚਾ ਰਹੀ ਹੈ। ਜੇ ਤੁਹਾਨੂੰ ਨਹੀਂ ਮਿਲਿਆ ਔਰ ਮੇਰੇ ਕੋਲ ਤੁਹਾਡਾ ਨੰਬਰ ਅਵੇਲੇਬਲ ਹੋਇਆ ਤਾਂ ਮੈਂ ਜ਼ਰੂਰ ਤੁਹਾਨੂੰ ਇਹ ਪਹੁੰਚਾਊਂਗਾ, ਨਹੀਂ ਤਾਂ ਸਾਡੇ ਕੰਟਰੋਲ ਰੂਮ 'ਤੇ ਫੋਨ ਕਰ ਲਿਓ। ਐਸੈਂਸ਼ੀਅਲ ਸਰਵਿਸਿਜ਼ ਦੀ ਡੈਫੀਨੇਸ਼ਨ ਬੜੀ ਕਲੀਅਰ ਹੈਗੀ ਹੈ। ਉਹਦੇ ਵਿੱਚ ਸਰਕਾਰ ਨੇ ਜਿਹੜੇ ਵਰਕਰ ਪਾਏ ਹੈਗੇ ਨੇ, ਉਹ 'ਚ ਫਿਲਹਾਲ ਬੈਂਕ EMPLOYE ਨਹੀਂ ਹੈਗੇ। ਦੀਪਕ ਬੰਸਲ, ਔਰ ਵਿੱਚ ਦੀ ਅਸੀਂ ਲੋਕਲ ਲੈਵਲ ਰਿਲੈਕਸੇਸ਼ਨ ਦਿੱਤੀ ਸੀ ਉਸ ਟਾਈਮ 'ਤੇ। ਇਹ ਅਸੀਂ ਸਾਰਿਆਂ ਨੂੰ ਕਿਹਾ, ਮਿੰਨਤਾਂ ਕੀਤੀਆਂ ਵੀ ਇੰਜੈਕਸ਼ਨ ਲਵਾ ਲਓ, ਉਦੋਂ ਲਵਾਇਆ ਨਹੀਂ। ਬਸ ਸ਼ੁਕਰ ਹੈ ਫਿਰ ਵੀ ਅਸੀਂ 5 ਲੱਖ ਲੋਕ ਲਵਾ ਲਏ। ਹੁਣ ਲੋਕ ਕਹਿੰਦੇ ਆ ਦਿਓ। ਇਹੀ ਤਾਂ ਗੱਲ ਹੁੰਦੀ ਹੈ ਵੀ ਜੇ ਵਿਹਲਾ ਰਹਿੰਦੇ ਆਪਾਂ ਕੰਮ ਕਰ ਲਈਏ ਤਾਂ ਉਹੀ ਚੰਗਾ ਹੁੰਦਾ ਹੈ। ਵਾਟ ਕਾਈਂਡ ਆਫ ਸ਼ਾਪਸ ਫਾਲ ਅੰਡਰ ਐਸੈਂਸ਼ੀਅਲ ਕੈਟੇਗਰੀ, ਇਹ ਵੀ ਮੈਂ ਛਤਵਾਲ ਸਾਹਿਬ ਹੋ ਰੈਸਟੋਰੈਂਟ ਕੈਨ ਓਪਨ ਟਿਲ 9 PM। ਇਹ ਯਾਰ ਮੈਂ ਬੜੀ, ਯਾਨੀ ਕਿ ਇੱਕ ਆਈਸਕ੍ਰੀਮ ਵਾਲਾ ਹੈਗਾ, ਰੋਜ਼ ਮੈਨੂੰ SMS ਕਰ ਦਿੰਦਾ ਵੀ ਮੈਂ 9 ਵਜੇ ਤੱਕ ਘਰੇ ਭੇਜ ਸਕਦਾ ਸਮਾਨ। ਭਾਈ ਸਾਹਿਬ ਸਾਰੀ ਉਮਰ ਹੀ ਕਮਾਉਣਾ ਹੈ। ਜੇ 2 ਦਿਨ ਲੋਕ ਆਈਸਕ੍ਰੀਮ ਸ਼ਨੀ ਐਤਵਾਰ ਨਹੀਂ ਖਾਣਗੇ ਜਾਂ ਥੋੜ੍ਹਾ ਮੋਟਾ ਤੁਹਾਡਾ ਪ੍ਰੋਫਿਟ ਘੱਟ ਹੋ ਜਾਊਗਾ, ਯਾਰ ਸਾਰੀ ਉਮਰ ਤੁਹਾਡੇ ਕੋਲ ਪਈ ਹੈ ਕਮਾਉਣ ਲਈ, ਖਰਚਣ ਲਈ। ਇੱਦਾਂ ਦਾ ਖੁਦਾ ਦੇ ਵਾਸਤੇ ਨਾ ਕਰੋ ਜਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ। ਮਤਲਬ ਰੈਸਟੋਰੈਂਟ ਖੋਲ੍ਹਣ ਦੀ ਮੈਂ ਕਲੀਅਰ ਕਰਦਾ, ਹੋਮ ਡਿਲੀਵਰੀ ਦਾ ਮਤਲਬ ਹੋਮ ਡਿਲੀਵਰੀ। ਜੇ ਕੋਈ ਰੈਸਟੋਰੈਂਟ ਖੋਲ੍ਹ ਕੇ ਦਿਖ ਗਿਆ ਤਾਂ ਸਖਤ ਕਾਰਵਾਈ ਕਰਾਂਗੇ। ਭੀੜਾਂ ਲੱਗਦੀਆਂ ਨੇ ਆਈਸਕ੍ਰੀਮਾਂ ਦੀ ਦੁਕਾਨਾਂ 'ਤੇ, ਭੀੜਾਂ ਲੱਗਦੀਆਂ ਨੇ ਗੋਲ ਗੱਪਿਆਂ ਦੀਆਂ ਦੁਕਾਨਾਂ 'ਤੇ, ਭੀੜਾਂ ਲੱਗਦੀਆਂ ਨੇ ਇਹਨਾਂ 'ਤੇ। ਯਾਰ ਰਹਿਮ ਕਰੋ ਲੋਕਾਂ 'ਤੇ। ਤੁਸੀਂ ਇਹ ਪਰੋਸ ਰਹੇ ਹੋ ਨਾਲੋਂ ਨਾਲ ਇਹ ਬਿਮਾਰੀ ਵੀ। ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਝਕਾਨੀਆਂ ਤੋਂ ਬਚੋ। ਹੋਮ ਡਿਲੀਵਰੀ ਮਤਲਬ ਕਿਸੇ ਦੀ ਮਜਬੂਰੀ ਹੈ ਯਾਰ, ਕਿਸੇ ਦੇ ਘਰੇ ਮੰਨ ਲਓ ਬਿਮਾਰ ਪਿਆ ਕੋਈ, ਉਹਨੇ ਘਰੇ ਖਾਣਾ ਮੰਗਾ ਲਵੇ। ਪਰ ਇੱਦਾਂ ਦੁਕਾਨਾਂ ਖੋਲ੍ਹ ਕੇ ਨਾ ਬੈਠੋ, ਆਪਦੀ ਕਿਚਨ ਤੋਂ ਸਿੱਧੀ ਹੋਮ ਡਿਲੀਵਰੀ ਜੋ ਵੀ ਕੋਈ ਔਨਲਾਈਨ ਕੰਪਨੀਆਂ ਉਹ ਭੇਜੋ। ਔਰ ਇੱਦਾਂ ਦੇ ਮਤਲਬ ਕਿੱਦਾਂ ਦੀ ਯਾਰ ਲੋਕ ਮੈਨੂੰ WhatsApp ਕਰਕੇ ਇਹ ਪੁੱਛਦੇ ਆ ਵੀ ਅਸੀਂ ਆਈਸਕ੍ਰੀਮਾਂ ਡਿਲੀਵਰ ਕਰ ਸਕਦੇ ਹਾਂ ਵੀਕਐਂਡ 'ਤੇ।
दिस इज़ रिडिकुलस यार। इज़ देयर एनी रिस्ट्रिक्शन फॉर मैंबर्स ऑफ पीपल ट्रैवलिंग इन कार? ये बारे तो अजे कुछ नहीं है यार, जो वो लिमिटेड हैगी है वो मुताबिक तुसीं आपदा बचा करके चलो। मैं तुहानूं पहले ही दसता भी साडे कोल 1100 बैड सीगे, वधा के असी 1700 कर लए, ਉਹਦੇ 'ਚ 1400 भर गए। साडे कोले अज की डेट 'ਚ 1440 बैड भरे हुए ने, खाली 446 ने। इन्हां 'चों लैवल 3 ਦੇ ਜਿਹੜੇ ਨੇ सिर्फ 59 साडे कोल बचे ने, और लैवल 2 ਦੇ 387 बचे। ये भी वंडे पे ने। ਜਿਹੜੇ सब तो वड्डे हस्पताल ने जिते जाण दा तुसीं सोचदे हो, DMC पूरा भरिया पिया हैगा, CMC ਜਿਹੜਾ ਹੈਗਾ ਉਹਦੇ ਵਿੱਚ ਵੀ 157 ਦੇ ਕਰੀਬ ਮਰੀਜ਼ ਨੇ, DMC ਦੇ ਵਿੱਚ ਅੱਜ ਦੀ ਡੇਟ 'ਚ 250 ਦੇ ਕਰੀਬ ਮਰੀਜ਼ ਪਏ ਨੇ, SPS ਹਸਪੀਟਲ ਦੇ ਅੰਦਰ 113 ਮਰੀਜ਼ ਪਏ ਨੇ, ਦੀਪ ਹਸਪੀਟਲ ਦੇ ਅੰਦਰ 106 ਮਰੀਜ਼ ਪਏ ਨੇ, ਮੋਹਨਦੇਹੀ ਹਸਪੀਟਲ ਜਿਹੜਾ ਹੈਗਾ ਇੱਥੇ 128 ਮਰੀਜ਼ ਪਏ ਹੈਗੇ ਨੇ ਇਸ ਟਾਈਮ ਮੇਰੇ ਕੋਲ, ਰਘੁਨਾਥ ਦੇ ਅੰਦਰ 96 ਪਏ ਨੇ, ਫੋਰਟਿਸ ਦੇ ਅੰਦਰ ਹੈਗੇ ਆ 70 ਦੇ ਕਰੀਬ ਮਰੀਜ਼ ਪਏ ਨੇ, ਆਸਥਾ ਕਿਡਨੀ ਦੇ ਅੰਦਰ 92 ਦੇ ਕਰੀਬ ਪਏ ਨੇ, दीपक हॉस्पिटल के अंदर 58 के करीब पे ने, अरोड़ा न्यूरो के अंदर 57 पे ने, वर्मा मल्टी स्पैशलिटी के अंदर 58 पे ने, IMA ने जी फैसिलिटी बनाई है, और सिद्धू हॉस्पिटल दोराहे वाला इत्थे भी पे ने। मतलब इन्ने ज़्यादा यार लोग भरे पे ने बैड, फिर भी आप देखो समझ नहीं रहे हैगे। मैं अखीर च 2 मिनट हुण तुहाडे तो लैणे आ। देखो इस धरती के उपर सब तो लंबे समय तो करोड़ों साल तो रैप्टाइल जिन्हों आप कहने हैं, छिपकलियाँ, सप, आ मच्छर वगैरह, आदमी तो पिछले 10,000 साल तो आया, ये करोड़ों साल तो जिउंदे है। इन्हां च एक प्रक्रिया हुंदी है हाइबरनेशन। जो ठंड आउंदी है इन्हां नूं लगदा भी साडी जान चली जाऊगी, ये 6 महीने लई एक चिर निद्रा कहंदे हैं इहनूं पंजाबी च, हाइबरनेशन च चले जांदे आ, बिल्कुल निकलदे ही नहीं। सर्दियां च तुहानूं कदे नहीं दिखणगे, और 6 महीनों बाद जो मौसम सही हुंदा बाहर आ जांदे आ। यार इदां दा माहौल हैगा, आपां हफ्ते 10 दिनां लई घरां च नहीं बह सकदे। रिक्शे वाला कित्थों बैठूगा, दिहाड़ीदार आदमी कित्थों बैठूगा, दुੱਧ वाला कित्थों बैठूगा, सब्जी वाला कित्थों बैठूगा, मेरे वर्गा कित्थों बैठूगा जिन्हें ड्यूटी करनी है, पत्रकार कित्थों बैठूगा, डॉक्टर कित्थों बैठूगा, नर्स कित्थों बैठूगे, ਜਿਹੜੇ ਬੰਦਿਆਂ ਦੀ ਮਜਬੂਰੀ ਹੈ ਯਾਰ ਪੈਟਰੋਲ ਪੰਪਾਂ ਵਾਲੇ ਕਿੱਥੋਂ ਬੈਠਣਗੇ, ਇਹਨਾਂ ਨੂੰ ਤਾਂ ਕੰਮ ਕਰਨਾ ਹੀ ਕਰਨਾ ਪੈਣਾ। ਪਰ ਜਿਹੜੇ ਵੀ ਬੰਦੇ ਕੋਲ ਮੈਂ ਕਹਿੰਦਾ ਵੀ 15 ਦਿਨ ਵੀ ਆਪਣੇ ਬੱਚਿਆਂ ਨੂੰ ਤੁਸੀਂ ਘਰੇ ਬੈਠ ਕੇ ਨਹੀਂ ਖਾਣਾ ਖਵਾ ਸਕਦੇ। पोजीशन ये है भी जे अज की डेट च तुहानूं ये गमान है भी किसी को पैसा हैगा वो इलाज करा लूगा। यार तुसी ऐ मैनूं दसो, दिल्ली च एम्स है, सर गंगा राम है, तुसी देख लिया सर गंगा राम च की होया, ऑक्सीजन खत्म हो गई, 25 बंदे चले गए। मुंबई च की हो गया, एडे वड्डे हस्पताल के अंदर ऑक्सीजन खत्म हुई, बंदे चले गए। न्यूयॉर्क च की हो गया। तुहानूं की लगता है? नो डाउट पंजाब सरकार के आदेश से और असी एडी हिम्मत च हैगे हैं कि असी हुण तक 1 इंच भी तुहानूं दिक्कत नहीं आण दित्ती। पर तुसीं साडे ते भरोसा करो, अगे भी करदे रहो, असी खड़े हैं, तुहानूं एक बाल भी बांका नहीं होण दिंदे। पर की तुहानूं ऐ लगदा भी साडी जिहड़ी इंडस्ट्री है ਉਹਦੇ तो भी असी खिच के ऑक्सीजन रोज़ 3600 के करीब जिहड़े हैगे आ सिलेंडर है, मैं हिसाब किताब लाया सी, साडे सिलेंडर 3600 के करीब सिलेंडर जा रहे हस्पतालों नूं, वड्डियां छोटियां नूं मिला के 32 टन ऑक्सीजन लग रही है। कि पर दिल्ली च नहीं सी इंडस्ट्री, उत्थे नहीं सी ऑक्सीजन दे सकते। दिल्ली तो भी ज़्यादा आपां नूं गुमान है, आप समझते हैं भी लुधियाना पता नहीं किन्ने ज़्यादा रिसोर्सिस ने, या बंबई तो भी आप तगड़े हो गए। यार मेरी गल सुनो, इट्स ए सीरीयस मैटर, तुसीं समझो इस गल नूं। मतलब हर देश के हर शहर के रिसोर्सिस की एक लिमिट हैगी है। जदों लिमिट खत्म हो गई, मान लो हस्पताल के अंदर बैड भी होया, तुहाडे कोल पैसे भी होए, असीं तुहाडी एडमिशन भी कराती, सारी की सारी जी ऑक्सीजन हैगी है भाई साहब, मैं तुहानूं दस दिना, या तो बद्दी तो आउंदी हैगी है, या उत्तराखंड तो आउंदी है, या यूपी के रुड़की तो आउंदी हैगी है, या पानीपत तो आउंदी है। असी इत्थे वर्धमान स्पैशल स्टील्स नूं रिक्वेस्ट करके 1200-1300 सिलेंडर उन्हां तो, एक वेलटेक इंडस्ट्री है उन्हां तो 1800 सिलेंडर बनते हैं, 1800 सिलेंडर बाहरों आउंदे है। जे किसी दिन खुदा ना खास्ता रोज़ की रोज़ ऑक्सीजन इत्थे आउंदी है, कोई मौसम खराब हो जाए, कोई ट्रक खराब हो जाए, किसी का कोई टायर फट जाए और ऑक्सीजन माड़ी जी लेट हो जाए, और बंदे दी जेब च होए 100 करोड़ रुपया, बैड ते पिया होए ऑक्सीजन आ सकती है? यार इट्स ए वेरी सीरीयस मैटर। तुसीं समझो, आपां आपदियां आपदे शहर दियां अपने हैल्थ सिस्टम दियां एक आउटर लिमिट्स नूं स्ट्रैच ना करके देखिए कि यार कित्थों तक ये खिंचिया जा सकता है। हर चीज़ की एक लिमिट है। इनफाइनाइट तो जिहड़ा हैगा असीमित तो समुंदर भी नहीं, जे आपां डुबका तुबका करके डोलण लगिए समुंदर भी डुल जूगा। सो मैं देखो इस टीम का इत्थों का
ਇੰਚਾਰਜ ਹੋਣ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਅਸੀਂ ਆਊਟਰ ਲਿਮਿਟ ਤੇ ਆਏ ਖੜੇ ਹਾਂ। ਕੋਈ ਐਸੀ ਸਥਿਤੀ ਹੋ ਸਕਦੀ ਹੈ ਕਿ ਤੁਹਾਡੇ ਕੋਲ ਪੈਸੇ ਹੋਣ, ਬੈੱਡ ਹੋਵੇ ਪਰ ਆਕਸੀਜਨ ਨਾ ਮਿਲੇ। ਤਾਂ ਬਚੋ, ਰੱਬ ਦੇ ਕਹਿਰ ਤੋਂ ਬਚੋ, ਘਰਾਂ ਤੋਂ ਨਿਕਲੋ ਨਾ ਇਹ ਸਵਾਲ ਪੁੱਛ ਕੇ ਵੀ ਕਿਵੇਂ ਚੋਰ ਰਸਤਾ ਲੰਘ ਜੇ, ਕਿਵੇਂ ਪਾਸ ਬਣ ਜੇ। ਆਹ ਡੁਗਰੀ ਵਗੈਰਾ ਜਿਹੜਾ ਕਰਫਿਊ ਲਾਇਆ, ਇਹ ਲੋਕਾਂ ਦਾ ਪਤਾ ਨਹੀਂ ਕਿੱਡਾ ਕੁ ਵੱਡਾ ਫਾਇਦਾ ਹੋ ਜਾਣਾ। ਜੋ ਕਿ ਦਿੱਲੀ 'ਚ ਹੋਇਆ, ਜੇ 70 ਕੇਸ ਰੋਜ਼ ਆ ਰਹੇ ਸੀ, ਪਤਾ ਨਹੀਂ ਇੱਥੇ ਹੀ ਹੋ ਜਾਂਦਾ। ਸੋ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਸੱਚ ਦੱਸ ਰਿਹਾ। ਕਿਰਪਾ ਕਰਕੇ ਆਪਦੇ ਘਰਾਂ 'ਚ ਵਿਰਾਜੋ। ਦੂਜੀ ਗੱਲ ਇਹ ਹੈ, ਕਈ ਲੋਕ ਕਈ ਕੰਮਾਂ 'ਚ ਇਹ ਨੁਕਸ ਕੱਢਦੇ ਆ ਵੀ ਇਹ ਗੱਲ ਇੱਦਾਂ ਨਹੀਂ ਹੋਈ, ਇੱਦਾਂ ਨਹੀਂ ਹੋਈ। ਹਰੇਕ ਹਸਪਤਾਲ ਕੋਲੇ ਜਿਹੜੀ ਐਂਬੂਲੈਂਸਿਸ ਨੇ ਉਹ ਵੀ ਲਿਮਿਟਡ ਨੇ। ਇਹ ਨਹੀਂ ਹੁੰਦਾ ਕਿੰਨੀਆਂ ਐਂਬੂਲੈਂਸਿਸ ਹੋਣਗੀਆਂ, ਮੰਨ ਲਓ 200 ਹੋਣ, 300 ਹੋਣ, 300 ਦੀਆਂ ਮੈਂ 500 ਕਰ ਦੇਵਾਂ। ਅਗਰ ਮੌਤਾਂ ਹੀ ਤੁਸੀਂ ਰੋਜ਼ ਦੀਆਂ ਇੰਨੀਆਂ ਹੋ ਰਹੀਆਂ ਨੇ, 14 ਹੋ ਰਹੀਆਂ ਨੇ, ਐਂਬੂਲੈਂਸ ਲਈ ਇਹ ਗੱਲ ਕਈ ਵਾਰੀ ਜ਼ਰੂਰੀ ਹੋ ਜਾਂਦੀ ਹੈ ਵੀ ਜਿਹੜਾ ਬਿਮਾਰ ਮਰੀਜ਼ ਆ ਉਹਨੂੰ ਘਰੋਂ ਚੱਕ ਕੇ ਲਿਆਓ। ਤੁਹਾਨੂੰ ਪਤਾ ਹੈ ਆਪਣੇ ਸ਼ਹਿਰ ਦੇ ਅੰਦਰ ਬਠਿੰਡੇ ਤੋਂ ਲਾ ਕੇ ਤੇ ਫਾਜ਼ਿਲਕਾ ਤੋਂ ਲਾ ਕੇ ਤੇ ਚੰਡੀਗੜ੍ਹ ਤੋਂ ਲਾ ਕੇ ਕਿਹੜੇ ਸ਼ਹਿਰ ਤੋਂ ਮਰੀਜ਼ ਆ ਰਹੇ ਆ। 22 ਦੇ 22 ਜ਼ਿਲ੍ਹਿਆਂ ਤੋਂ ਮਰੀਜ਼ ਆ ਰਹੇ ਆ। ਫਿਰ ਬਾਹਰੋਂ ਦਿੱਲੀ 'ਚ ਬੈੱਡ ਖਤਮ ਹੋ ਗਏ, ਹਰਿਆਣੇ ਦੇ ਸ਼ਹਿਰਾਂ 'ਚ ਬੈੱਡ ਖਤਮ ਹੋ ਗਏ, ਰਾਜਸਥਾਨ ਤੋਂ, ਹਿਮਾਚਲ ਤੋਂ, ਜੰਮੂ ਤੋਂ, ਸਭ ਜਗ੍ਹਾ ਤੋਂ ਇੱਥੇ ਬੰਦੇ ਭਰੇ ਪਏ ਆ। ਫਿਰ ਮਿੰਟ 'ਚ ਬੰਦੇ ਨੁਕਸ ਕਰ ਦਿੰਦੇ ਆ ਵੀ ਇਸ ਡੈੱਡ ਬੋਡੀ ਲਈ ਆਹ ਐਂਬੂਲੈਂਸ ਲੇਟ ਹੋ ਗਈ, ਇਸ ਗੱਲ ਲਈ ਇਹ ਲੇਟ ਹੋ ਗਈ। ਅਸੀਂ ਕੋਈ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਹੇ। ਅਸੀਂ ਕਮੇਟੀ ਬਣਾਤੀ, ਸਾਰੇ ਰਿਸੋਰਸਿਸ ਕਰਤੇ, ਬਟ ਵੀਰ ਮੇਰਿਓ ਇਸ ਗੱਲ ਨੂੰ ਸਮਝੋ ਕਿ ਜਿਹੜੇ ਸਾਡੇ ਰਿਸੋਰਸਿਸ ਨੇ ਉਹ ਅਸੀਂ ਜਾਨ ਬਚਾਉਣ 'ਤੇ ਲਾਉਣੇ ਆ। ਔਰ ਰਿਸੋਰਸਿਸ ਦੀ ਵੀ ਇੱਕ ਲਿਮਿਟ ਹੁੰਦੀ ਹੈਗੀ ਹੈ। ਔਰ ਉਸ ਲਿਮਿਟ ਨੂੰ ਸੋਚਦੇ ਹੋਏ ਜਿਹੜੇ ਲੋਕ ਵੀ ਇਸ ਸਿਸਟਮ 'ਤੇ ਪ੍ਰੈਸ਼ਰ ਥੋੜ੍ਹਾ ਘਟਾ ਸਕਦੇ ਨੇ, ਘਰਾਂ 'ਚ ਸਿਰਫ ਬੈਠ ਕੇ 14 ਦਿਨ ਹਾਈਬਰਨੇਸ਼ਨ 'ਚ ਜਾ ਕੇ ਥੋੜ੍ਹਾ ਘੱਟ ਖਾ ਲਓ, ਘੱਟ ਕਮਾ ਲਓ, ਪਰ ਆਪਦੀ ਜਾਨ ਬਚਾ ਲਓ। ਕਿਉਂਕਿ ਤੁਹਾਡੇ ਬਗੈਰ ਤੁਹਾਡੇ ਪਰਿਵਾਰ ਦਾ ਪਿੱਛੋਂ ਕਿਹਨੇ ਦੇਖਣਾ, ਇਸ ਗੱਲ ਦਾ ਸੋਚੋ। ਮੈਂ ਤੁਹਾਡੇ ਨਾਲ ਪੂਰਾ ਮਨ ਖੋਲ੍ਹ ਕੇ ਹੁਣ ਗੱਲਾਂ ਦੱਸਤੀਆਂ, ਬਾਕੀ ਫੈਸਲਾ ਤੁਹਾਡਾ, ਤੁਸੀਂ ਕਿੱਦਾਂ ਕਰਨਾ ਹੈ। ਅਸੀਂ ਡਟੇ ਹੋਏ ਹਾਂ, ਕੋਈ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਜਦ ਤੱਕ ਰਿਸੋਰਸਿਸ ਹੈਗੇ ਨੇ। ਔਰ ਲੋਕ ਰਿਸਪੌਂਸੀਬਲੀ ਬਿਹੇਵ ਕਰਨਗੇ, ਹੁਣ ਤੱਕ ਕਰਦੇ ਰਹੇ, ਅੱਗੇ ਵੀ ਕਰਨਗੇ। 15-20 ਦਿਨਾਂ ਦੀ ਗੱਲ ਹੈ, ਫਿਰ ਇਹ ਮੁੜ ਕੇ ਘਟਣਾ ਸ਼ੁਰੂ ਹੋ ਜਾਣਾ। ਸਾਰਾ ਕੁਝ ਆਪਾਂ ਖੁੱਲ੍ਹੀ ਹਵਾ 'ਚ, ਮੈਂ ਵੀ ਤੁਹਾਡੇ ਨਾਲ ਫਿਰੂੰਗਾ, ਉਹੀ ਆਜ਼ਾਦ ਫਿਜ਼ਾ ਦੇ ਆਪਾਂ ਘੁੰਮਾਂਗੇ, ਇਕੱਠੇ ਇੰਜੋਏ ਕਰਾਂਗੇ। ਰੱਬ ਰਾਖਾ।